ਜਦੋਂ ਤੁਹਾਨੂੰ ਪਤਾ ਲੱਗਿਆ ਕਿ ਜਿਹੜੀ ਟਿਕਟ ਆਈ ਲਿਸਟ ਆਈ ਹੈ ਉਹਦੇ ਵਿੱਚ ਤੁਹਾਡਾ ਨਾਮ ਨਹੀਂ ਆਇਆ, ਪਹਿਲਾ ਰਿਐਕਸ਼ਨ ਕੀ ਸੀ? ਪਹਿਲਾ ਰਿਐਕਸ਼ਨ ਸ਼ੌਕ ਹੀ ਸੀ ਜੀ, ਬੜਾ ਝਟਕਾ ਲੱਗਾ। ਸੁਨਾਮ ਚੋਂ ਪਹਿਲੀ ਵਾਰ ਹੋਇਆ ਸੀਗਾ ਕਿ 20-22 ਸਾਲਾਂ 'ਚ ਕਦੀ ਕਿਸੇ ਨੇ ਟਿਕਟ ਦੇ ਵਿੱਚ ਸੁਨਾਮ ਤੋਂ ਇੱਕੋ ਹੀ ਸਿੰਗਲ ਐਪਲੀਕੇਸ਼ਨ ਗਈ ਸੀ, ਉਹ ਮੇਰੀ ਗਈ ਸੀ। ਕਿਸੇ ਹੋਰ ਬੰਦੇ ਨੇ ਟਿਕਟ ਮੰਗੀ ਤੱਕ ਵੀ ਨਹੀਂ ਸੁਨਾਮ 'ਚ, ਕਿਉਂਕਿ ਇੱਥੇ ਕੋਈ ਧੜੇਬਾਜ਼ੀ ਹੈ ਹੀ ਨਹੀਂ ਸੀ। ਝਟਕਾ ਇਸ ਲਈ ਲੱਗਿਆ, ਸ਼ੌਕ ਇਸ ਲਈ ਲੱਗਿਆ ਕਿਉਂਕਿ ਮੇਰੀ ਪਾਰਟੀ ਵੀ ਬਾਰ-ਬਾਰ ਮੈਨੂੰ ਕਹਿੰਦੀ ਰਹੀ ਕਿ ਤੁਸੀਂ ਡਟੇ ਰਹੋ, ਤੁਸੀਂ ਕੰਮ ਕਰੋ, ਖੇਤਰ ਨਾ ਛੱਡੋ, ਆਪਣਾ ਕਨਸਟੀਟੂਐਂਸੀ ਨਾ ਛੱਡੋ, ਸਾਡੇ ਕੋਲ ਆਉਣ ਦੀ ਤੁਹਾਨੂੰ ਲੋੜ ਨਹੀਂ, ਤੁਹਾਡੀ ਟਿਕਟ ਪੱਕੀ ਹੈ, ਕੰਮ ਕਰੋ। 15 ਕਰੋੜ ਰੁਪਈਆ ਚੰਨੀ ਸਾਹਿਬ ਅਨਾਉਂਸ ਕਰਕੇ ਗਏ, ਮੇਰਾ ਕੈਂਡੀਡੇਟਰ ਇੱਕ ਤਰੀਕੇ ਨਾਲ ਇੱਥੇ ਕਰਕੇ 20-25 ਹਜ਼ਾਰ ਦੀ ਰੈਲੀ ਅਨਾਉਂਸ ਕਰਕੇ ਗਏ। ਪਰ ਉਸ ਤੋਂ ਬਾਅਦ ਉੱਥੇ ਕੀ ਸਿਆਸਤ ਹੋਈ, ਕੀ ਮਜਬੂਰੀ ਹੋਈ, ਕੀ ਗੱਲਬਾਤ ਹੋਈ, ਉਸ ਦਾ ਮੈਨੂੰ ਨਹੀਂ ਪਤਾ, ਬਟ ਮੈਨੂੰ ਤਾਂ ਲਿਸਟ ਆਈ ਤੇ ਹੀ ਪਤਾ ਲੱਗਾ ਕਿ ਮੇਰਾ ਨਾਮ ਕੱਟਿਆ ਗਿਆ। ਜ਼ਿੰਮੇਵਾਰ ਠਹਿਰਾਉਂਗੇ ਜੇਕਰ ਆਪਾਂ ਗੱਲ ਕਰੀਏ ਕਿ ਕੌਣ ਕਿਹਨੂੰ ਰਿਸਪੌਂਸਿਬਲ ਮੰਨਦੇ, ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਉਰੇ ਕੰਮ ਕਰ ਰਹੇ ਹੋ ਹਲਕੇ ਲਈ, ਹਲਕਾ ਵਾਸੀਆਂ ਲਈ, ਤੇ ਟਿਕਟ ਤੁਹਾਨੂੰ ਨਹੀਂ ਮਿਲੀ ਤਾਂ ਕਿਹਨੂੰ ਜ਼ਿੰਮੇਵਾਰ? ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਜ਼ਿੰਮੇਵਾਰ ਸਮਝਦੀ ਹਾਂ। ਸਾਡੇ ਪੀਸੀਸੀ ਦੇ ਪ੍ਰਧਾਨ ਨੇ। ਵੱਡੇ ਧਮਾਨ ਸਾਹਿਬ ਨੂੰ ਟਿਕਟ ਦੇ ਦਿੰਦੇ ਤਾਂ ਸ਼ਾਇਦ ਮੈਂ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੀ, ਕਿਉਂਕਿ ਉਹ ਲੰਬੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ, ਉਹਨਾਂ ਦਾ ਇੱਕ ਕੱਦ ਹੈ, ਉਹਨਾਂ ਦਾ ਇੱਕ ਫੇਰ ਵੀ ਉਹਨਾਂ ਨੂੰ ਲੋਕੀ ਪਹਿਚਾਣਦੇ ਨੇ। ਪਰ ਉਹਨਾਂ ਦਾ ਗਾਂ ਭਤੀਜਾ ਤੋੜ ਦੇਣਾ ਇੱਥੇ, ਜਿਹਦਾ ਕਿ ਕੋਈ ਲੈਣਾ ਦੇਣਾ ਹੀ ਨਹੀਂ, ਜਿਹਦਾ ਪਾਰਟੀ ਪ੍ਰਤੀ 1% ਕੋਈ ਕੰਮ ਨਹੀਂ, ਜਿਹਨੇ ਪਾਰਟੀ ਦੇ ਕਦੀ ਕਿਸੇ ਅਹੁਦੇ ਤੇ ਰਹਿ ਕੇ ਕੋਈ ਪਾਰਟੀ ਵਾਸਤੇ ਕੰਮ ਨਹੀਂ ਕੀਤਾ। ਸੁਨਾਮ ਲਈ ਤਾਂ ਉਹਨੇ ਕਰਨਾ ਕੀ ਸੀ? ਕਦੀ ਪਾਰਟੀ ਤੋਂ ਕੋਈ ਚੀਜ਼ ਮੰਗੀ ਨਹੀਂ, ਜੋ ਚੀਜ਼ ਲਈ ਹੈ ਆਪਣੇ ਦਮ ਤੇ ਲਈ ਹੈ। ਸਟੇਟ ਪ੍ਰਧਾਨ ਬਣੀ ਸੀ ਤਾਂ ਵੋਟਾਂ ਲੈ ਕੇ ਬਣੀ ਸੀ, ਵਾਈਸ ਪ੍ਰਧਾਨ ਬਣੀ ਸੀ ਯੂਥ ਦੀ ਤਾਂ ਵੋਟਾਂ ਲੈ ਕੇ ਬਣੀ ਸੀ, ਨੈਸ਼ਨਲ ਸੈਕਟਰੀ ਬਣੀ ਹੈ ਤਾਂ ਕੰਮ ਦੇ ਆਧਾਰ ਤੇ ਬਣੀ ਹੈ। ਤੇ ਇਸ ਵਾਰ ਵੀ ਮੈਂ ਮੈਦਾਨ 'ਚ ਕੰਮਾਂ ਦੇ ਆਧਾਰ ਤੇ ਹੀ ਜਾਣਾ ਚਾਹੁੰਦੀ ਸੀ, ਪਰ ਪਾਰਟੀ ਨੇ ਕਿਤੇ ਨਾ ਕਿਸੇ ਉਸ ਗੱਲ ਦਾ ਮੁੱਲ ਨਹੀਂ ਪਾਇਆ। ਸੁਨਾਮ ਦੀ ਦਾਣਾ ਮੰਡੀ ਹਿੰਦੁਸਤਾਨ ਦੀ ਸਭ ਤੋਂ ਵੱਡੀਆਂ ਮੰਡੀਆਂ 'ਚੋਂ ਇੱਕ ਹੈ। ਉੱਥੇ 6 ਦਿਨ ਪਾਣੀ ਖੜਦਾ ਸੀ ਜਦੋਂ ਮੀਂਹ ਪੈਂਦਾ ਸੀ। ਅੱਜ ਉੱਥੇ 7 ਕਿਲੋਮੀਟਰ ਲੰਬੀ ਪਾਈਪਲਾਈਨ ਤੇ ਕਰੋੜਾਂ ਦੀਆਂ ਮੋਟਰਾਂ ਦਾ ਪ੍ਰੋਜੈਕਟ ਜੇ ਲੱਗਾ ਤੇ ਦਾਮਨ ਬਾਜਵਾ ਤੇ ਉਸਦੀ ਸੋਚ ਕਰਕੇ ਬਣਿਆ। ਤਈਆਂ ਚੋਂ 19 ਐਮਸੀ ਕਾਂਗਰਸ ਦੇ ਜਿੱਤੇ ਸੀ ਸੁਨਾਮ 'ਚ, ਪਹਿਲੀ ਵਾਰ ਇਤਿਹਾਸ 'ਚ ਐਡਾ ਵੱਡਾ ਜਿੱਤ ਦਾ ਮਾਰਕ ਸੁਨਾਮ ਨੇ ਮਿਊਨਿਸਪਲ ਇਲੈਕਸ਼ਨ ਤੇ ਅੱਜ 19 ਦੇ 19 ਐਮਸੀ ਇੱਕ ਨੂੰ ਛੱਡ ਕੇ ਸਾਰੇ ਮੇਰੇ ਘਰੇ ਬੈਠੇ ਨੇ। ਕਾਂਗਰਸ ਨੇ ਤਾਂ ਆਪਣੇ ਆਪ ਨੂੰ ਆਪ ਹੀ ਢਾਲ ਵਾਲੀ, ਜਦੋਂ ਕਾਂਗਰਸ ਪਾਰਟੀ ਨੇ ਪਲੋਸ ਕੇ ਸੀਟ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣ ਦਾ ਫੈਸਲਾ ਕਰ ਲਿਆ। ਜਦੋਂ ਤੁਸੀਂ ਇੱਕ ਨਵਾਂ ਵਿਅਕਤੀ ਚੋਣ ਮੈਦਾਨ 'ਚ ਉਤਾਰੋਗੇ 10 ਤੋਂ 15 ਦਿਨ ਪਹਿਲਾਂ, ਤਾਂ ਫਿਰ ਢਾਹ ਤਾਂ ਲੱਗਣੀ ਹੈ। ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ ਕਰਦਾ ਮੈਂ ਕੋਮਲ ਸਿੰਗਲਾ। ਪੰਜਾਬ ਦੇ ਵਿੱਚ ਜਿਹੜਾ ਚੋਣ ਮੈਦਾਨ ਹੈ ਪੂਰੀ ਤਰ੍ਹਾਂ ਭਖਿਆ ਹੋਇਆ ਤੇ ਅਸੀਂ ਤੁਹਾਨੂੰ ਵੱਖ-ਵੱਖ ਹਲਕਿਆਂ ਦੇ ਵਿੱਚ ਜਾ ਕੇ ਨੁਮਾਇੰਦਿਆਂ ਨਾਲ ਜਿਹੜਾ ਹੈਗਾ ਗੱਲਬਾਤ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਜਿਸ ਦੇ ਚੱਲਦੇ ਅੱਜ ਅਸੀਂ ਪਹੁੰਚਿਆ ਸੁਨਾਮ ਦੇ ਹਲਕਾ ਸੁਨਾਮ ਵਿਖੇ, ਜਿੱਥੋਂ ਦਮਨ ਥਿੰਦ ਬਾਜਵਾ ਜਿਹੜੇ ਨੇ ਕਾਂਗਰਸ ਦੇ ਵਿੱਚ ਲੰਮੇ ਸਮੇਂ ਤੋਂ ਭੂਮਿਕਾ ਨਿਭਾ ਰਹੇ ਨੇ ਤੇ ਜਦ ਚੋਣਾਂ ਸਿਰ ਤੇ ਆਉਂਦੀਆਂ ਨੇ ਐਨ ਮੌਕੇ ਤੇ ਇਹਨਾਂ ਦੀ ਟਿਕਟ ਕੱਟੀ ਜਾਂਦੀ ਹੈ। ਗੱਲਬਾਤ ਕਰ ਲੈਂਦੇ ਹਾਂ। ਮੈਡਮ, ਸਭ ਤੋਂ ਪਹਿਲਾਂ ਸਕਾਈ ਨਿਊਜ਼ ਪੰਜਾਬ ਤੇ ਤੁਹਾਡਾ ਸਵਾਗਤ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਤੁਹਾਡਾ ਬਹੁਤ-ਬਹੁਤ। ਹਾਂਜੀ ਮੈਡਮ, ਸਭ ਤੋਂ ਪਹਿਲਾ ਸਵਾਲ ਹੈ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਜਿਹੜੀ ਟਿਕਟ ਆਈ ਲਿਸਟ ਆਈ ਹੈ ਉਹਦੇ ਵਿੱਚ ਤੁਹਾਡਾ ਨਾਮ ਨਹੀਂ ਆਇਆ, ਪਹਿਲਾ ਰਿਐਕਸ਼ਨ ਕੀ ਸੀਗਾ? ਪਹਿਲਾ ਰਿਐਕਸ਼ਨ ਸ਼ੌਕ ਹੀ ਸੀ ਜੀ, ਬੜਾ ਝਟਕਾ ਲੱਗਾ, ਕਿਉਂਕਿ ਗੱਲ ਇਹ ਨਹੀਂ ਹੈ ਟਿਕਟ ਜਿਹੜੀ ਹੁੰਦੀ ਹੈ ਕਾਂਗਰਸ ਦੀ ਲੈਣੀ ਕੋਈ ਬਹੁਤੀ ਆਸਾਨ ਨਹੀਂ ਹੁੰਦੀ ਔਰ ਉੱਥੇ ਬਹੁਤ ਸਾਰੇ ਦਾਅਵੇਦਾਰ ਹੁੰਦੇ ਆ। ਬਟ ਗੱਲ ਇਹ ਸੀਗੀ ਕਿ ਸੁਨਾਮ ਚੋਂ ਪਹਿਲੀ ਵਾਰ ਹੋਇਆ ਸੀਗਾ ਕਿ 20-22 ਸਾਲਾਂ 'ਚ ਕਦੀ ਕਿਸੇ ਨੇ ਟਿਕਟ ਦੇ ਵਿੱਚ ਸੁਨਾਮ ਤੋਂ ਇੱਕੋ ਹੀ ਸਿੰਗਲ ਐਪਲੀਕੇਸ਼ਨ ਗਈ ਸੀ, ਉਹ ਮੇਰੀ ਗਈ ਸੀਗੀ। ਕਿਸੇ ਹੋਰ ਬੰਦੇ ਨੇ ਟਿਕਟ ਮੰਗੀ ਤੱਕ ਵੀ ਨਹੀਂ ਸੁਨਾਮ 'ਚ, ਕਿਉਂਕਿ ਇੱਥੇ ਕੋਈ ਧੜੇਬਾਜ਼ੀ ਹੈ ਹੀ ਨਹੀਂ ਸੀ। ਆਈ ਵਾਜ਼ ਦੀ ਓਨਲੀ ਕੰਟੈਂਡਰ ਫਰੋਮ ਹੇਅਰ ਕਾਂਗਰਸ ਪਾਰਟੀ ਦੀ ਟਿਕਟ ਤੇ। ਬਟ ਝਟਕਾ ਇਸ ਲਈ ਲੱਗਿਆ, ਸ਼ੌਕ ਇਸ ਲਈ ਲੱਗਿਆ ਕਿਉਂਕਿ ਮੇਰੀ ਪਾਰਟੀ ਵੀ ਬਾਰ-ਬਾਰ ਮੈਨੂੰ ਕਹਿੰਦੀ ਰਹੀ ਕਿ ਤੁਸੀਂ ਡਟੇ ਰਹੋ, ਤੁਸੀਂ ਕੰਮ ਕਰੋ, ਖੇਤਰ ਨਾ ਛੱਡੋ, ਆਪਣਾ ਕਨਸਟੀਟੂਐਂਸੀ ਨਾ ਛੱਡੋ, ਸਾਡੇ ਕੋਲ ਆਉਣ ਦੀ ਤੁਹਾਨੂੰ ਲੋੜ ਨਹੀਂ, ਤੁਹਾਡੀ ਟਿਕਟ ਪੱਕੀ ਹੈ, ਕੰਮ ਕਰੋ। 15 ਕਰੋੜ ਰੁਪਈਆ ਚੰਨੀ ਸਾਹਿਬ ਅਨਾਉਂਸ ਕਰਕੇ ਗਏ, ਮੇਰਾ ਕੈਂਡੀਡੇਟਰ ਇੱਕ ਤਰੀਕੇ ਨਾਲ ਇੱਥੇ ਕਰਕੇ 20-25 ਹਜ਼ਾਰ ਦੀ ਰੈਲੀ ਅਨਾਉਂਸ ਕਰਕੇ ਗਏ। ਪਰ ਉਸ ਤੋਂ ਬਾਅਦ ਉੱਥੇ ਕੀ ਸਿਆਸਤ ਹੋਈ, ਕੀ ਮਜਬੂਰੀ ਹੋਈ, ਕੀ ਗੱਲਬਾਤ ਹੋਈ, ਉਸ ਦਾ ਮੈਨੂੰ ਨਹੀਂ ਪਤਾ, ਬਟ ਮੈਨੂੰ ਤਾਂ ਲਿਸਟ ਆਈ ਤੇ ਹੀ ਪਤਾ ਲੱਗਾ ਕਿ ਮੇਰਾ ਨਾਮ ਕੱਟਿਆ ਗਿਆ। ਕਿਹਨੂੰ ਜ਼ਿੰਮੇਵਾਰ ਠਹਿਰਾਉਂਗੇ ਜੇਕਰ ਆਪਾਂ ਗੱਲ ਕਰੀਏ ਕਿ ਕੌਣ ਕਿਹਨੂੰ ਰਿਸਪੌਂਸਿਬਲ ਮੰਨਦੇ, ਕਿਉਂਕਿ ਤੁਸੀਂ ਲੰਮੇ ਸਮੇਂ ਤੋਂ ਉਰੇ ਕੰਮ ਕਰ ਰਹੇ ਹੋ ਹਲਕੇ ਲਈ, ਹਲਕਾ ਵਾਸੀਆਂ ਲਈ, ਤੇ ਟਿਕਟ ਤੁਹਾਨੂੰ ਨਹੀਂ ਮਿਲੀ
ਤਾਂ ਕਿਹਨੂੰ ਜ਼ਿੰਮੇਵਾਰ? ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਜ਼ਿੰਮੇਵਾਰ ਸਮਝਦੀ ਹਾਂ। ਸਾਡੇ ਪੀਸੀਸੀ ਦੇ ਪ੍ਰਧਾਨ ਨੇ ਔਰ ਉਹਨਾਂ ਨੇ ਇੱਕ ਪਰਸਨਲ ਮੇਰੇ ਨਾਲ ਆਪਣੀ ਜਿਹੜੀ ਕਿਹੜਾ ਉਹ ਕੱਢੀ ਹੈ। ਉਹਨਾਂ ਨੇ ਆਪਣੇ ਭਤੀਜੇ ਨੂੰ ਅਮਰਗੜ੍ਹ ਲੜਾ ਕੇ ਇੱਥੇ ਸੁਰਜੀਤ ਸਿੰਘ ਧਮਾਨ ਜਿਹੜੇ ਕਿ ਇੱਕ ਐਮਐਲਏ ਅਮਰਗੜ੍ਹ ਤੋਂ ਸਿਟਿੰਗ ਐਮਐਲਏ ਸਨ, ਉਹਨਾਂ ਦੇ ਗਾਂ ਭਤੀਜੇ ਨੂੰ ਇੱਥੇ ਟਿਕਟ ਦੇ ਕੇ ਭੇਜੀ ਹੈ। ਸੋ ਮੈਂ ਤਾਂ ਇਕੱਲੇ ਸਿੱਧੂ ਸਾਹਿਬ ਨੂੰ ਹੀ ਇਸ ਲਈ ਗਲਤ ਫੈਸਲੇ ਲਈ ਜ਼ਿੰਮੇਵਾਰ ਠਹਿਰਾਉਂਗੀ, ਕਿਉਂਕਿ ਬਾਕੀ ਪਾਰਟੀ ਔਰ ਸਮੁੱਚੀ ਕਾਂਗਰਸ ਦੀ ਹਾਈ ਕਮਾਂਡ ਨੇ ਡਟ ਕੇ ਮੇਰੀ ਲੜੀ ਔਰ ਅਖੀਰ ਤੱਕ ਲੜਦੇ ਰਹੇ। ਪਰ ਜਦੋਂ ਕਹੋ ਕਿ ਚੋਣਾਂ ਦਾ ਸਮਾਂ ਸੀਗਾ, ਪਾਰਟੀ ਵੀ ਵੱਡਾ ਨੁਕਸਾਨ ਨਹੀਂ ਸੀ ਕੋਈ ਕਰਵਾਉਣਾ ਚਾਹੁੰਦੀ। ਪਾਰਟੀ ਨਹੀਂ ਸੀ ਚਾਹੁੰਦੀ ਕਿ ਇਸ ਵੇਲੇ ਕੋਈ ਐਸੀ ਕੰਟਰੋਵਰਸੀ ਖੜੀ ਹੋਏ ਕਿ ਜਿਸ ਦਾ ਖਮਿਆਜ਼ਾ ਪਾਰਟੀ ਨੂੰ ਪੂਰੇ ਪੰਜਾਬ ਵਿੱਚ ਭੁਗਤਣਾ ਪਏ। ਤੇ ਹੋ ਸਕਦਾ ਇਹਨਾਂ ਨੇ ਪਾਰਟੀ ਨੂੰ ਅੱਖਾਂ ਵੀ ਕੱਢੀਆਂ ਹੋਣ, ਬਲੈਕਮੇਲ ਵੀ ਕੀਤਾ ਹੋਵੇ, ਜਿਵੇਂ ਇਹ ਆਪਾਂ ਦੇਖਦੇ ਹੀ ਹਾਂ ਕਿ ਕਰਦੇ ਹੀ ਨੇ। ਸੋ ਇਸ ਕਰਕੇ ਉੱਥੇ ਮੈਨੂੰ ਲੱਗਦਾ ਕਿ ਪਾਰਟੀ ਮੇਰੀ ਲੜਾਈ ਹਾਰ ਗਈ। ਬਾਜਵਾ ਜੀ, ਜਿਵੇਂ ਕਿ ਕਾਂਗਰਸ ਦਾ ਕਲਚਰ ਹੈ, ਆਪਾਂ ਸਾਰੇ ਜਾਣਦੇ ਹਾਂ, ਕੋਈ ਰੀਜਨਲ ਪਾਰਟੀ ਨਹੀਂ ਹੈਗੀ ਵੀ ਇੱਕ ਬੰਦੇ ਦੀ ਮੋਹਰ ਨਾਲ ਟਿਕਟ ਮਿਲ ਜੇਗੀ। ਪ੍ਰੋਪਰ ਸਰਵੇ ਹੁੰਦੇ ਨੇ, ਪ੍ਰੋਪਰ ਫਾਰਮੈਟਿੰਗ ਹੁੰਦੀ ਹੈ, ਉਸ ਦੇ ਅਕੋਰਡਿੰਗ ਟਿਕਟ ਮਿਲਦੀ ਹੈ। ਤੁਹਾਨੂੰ ਲੱਗਦਾ ਸਰਵੇ ਦੇ ਵਿੱਚ ਤੁਹਾਡਾ ਨਾਮ ਸੀਗਾ? ਬਿਲਕੁਲ ਜੀ, ਮੈਂ ਤੁਹਾਨੂੰ ਦੱਸ ਰਹੀ ਹਾਂ, ਇੱਥੋਂ ਕਿਸੇ ਨੇ ਦਾਅਵਾ ਹੀ ਨਹੀਂ ਸੀ ਹੋਰ ਕੀਤਾ। ਜਿੰਨੀਆਂ ਸਰਵੇਜ਼ ਗਏ, ਜਿੰਨੇ ਇੱਥੋਂ ਰਿਪੋਰਟਸ ਗਈਆਂ, AICC ਦੀ ਜਿਹੜੀ ਇੱਥੇ ਗਰਾਊਂਡ ਟੀਮ ਆਈ ਸੀ, ਅੱਜ ਉਹ ਸਾਰੇ ਉਹ ਵੀ ਮੈਦਾਨ ਛੱਡ ਕੇ ਇੱਥੋਂ ਚਲੇ ਗਏ, ਕਿਉਂਕਿ ਉਹ ਕਹਿੰਦੇ ਕਿ ਜਿਹੜਾ ਕੈਂਡੀਡੇਟ ਪਾਰਟੀ ਨੇ ਭੇਜਿਆ ਉਸ ਦਾ ਨਾ ਆਧਾਰ ਹੈ, ਨਾ ਅਸੀਂ ਉਹਨੂੰ ਜਾਣਦੇ ਹਾਂ, ਨਾ ਲੋਕ ਉਹਨੂੰ ਜਾਣਦੇ ਆ। ਤਾਂ ਜਿਹੜੇ ਬੰਦਿਆਂ ਨੂੰ ਇੱਥੋਂ ਦੀ ਜ਼ਿੰਮੇਵਾਰੀ ਦਿੱਤੀ ਸੀ, ਜਿਹੜੇ ਰਾਜਸਥਾਨ ਦਿੱਲੀ ਤੋਂ ਆਏ ਸੀ, ਅੱਜ ਉਹ ਵੀ ਆਪਣੇ ਘਰਾਂ 'ਚ ਬੈਠੇ ਹੈ, ਕਿਉਂਕਿ ਉਹਨਾਂ ਨੂੰ ਵੀ ਇਹ ਲੱਗ ਰਿਹਾ ਹੈ ਕਿ ਇਹ ਤਾਂ ਹੁਣ ਇਹਨਾਂ ਨੇ ਜਿੱਤੀ ਜਿਤਾਈ ਸੀਟ ਜਿਹੜੀ ਹੈ ਦੂਜਿਆਂ ਦੀ ਝੋਲੀ 'ਚ ਪਾਤੀ ਹੈ, ਤੇ ਸਾਡਾ ਵੀ ਉਰੇ ਆ ਕੇ ਹੁਣ ਬਦਨਾਮੀ ਖੱਟਣ ਦਾ ਕੋਈ ਫਾਇਦਾ ਨਹੀਂ। ਅਸੀਂ ਇੱਥੇ ਮਿਹਨਤ ਵੀ ਕਰਾਂਗੇ, ਕੰਮ ਵੀ ਕਰਾਂਗੇ, ਤੇ ਦਾਲ ਫੇਰ ਵੀ ਨਹੀਂ ਗਲਣੀ ਪਾਰਟੀ ਦਾ, ਫੇਰ ਵੀ ਨੁਕਸਾਨ ਹੀ ਹੋਣਾ ਹੈ। ਸੋ ਅੱਜ ਉਹ ਕੋਆਰਡੀਨੇਟਰਸ ਵੀ ਇੱਥੋਂ ਰੁੱਸ ਕੇ, ਇਸ ਗਲਤ ਫੈਸਲੇ ਤੋਂ ਰੁੱਸ ਕੇ ਇੱਥੋਂ ਜਾ ਚੁੱਕੇ ਨੇ। ਸੋ ਬਿਲਕੁਲ ਇਹ ਇੱਕ ਨੈਸ਼ਨਲ ਪਾਰਟੀ ਔਰ ਇਹਦੇ ਵਿੱਚ ਸਕਰੀਨਿੰਗ ਕਮੇਟੀ ਹੁੰਦੀ ਹੈ, ਫਿਰ CC ਹੁੰਦੀ ਹੈ, ਫਿਰ ਸਾਡੀ ਉੱਥੇ ਇੱਕ ਪ੍ਰੋਪਰ ਇੱਕ ਸਟਰਕਚਰ ਹੁੰਦਾ ਜਿਹਦੇ ਥਰੂ ਹੀ ਟਿਕਟਸ ਫਾਈਨਲਾਈਜ਼ ਹੁੰਦੀਆਂ। ਪਰ ਮੈਂ ਤੁਹਾਨੂੰ ਦੱਸਿਆ ਨਾ ਕਿ ਇਸ ਵੇਲੇ ਪਾਰਟੀ ਕਿਤੇ ਨਾ ਕਿਤੇ ਇੰਨੀ ਮਜਬੂਰ ਕਰ ਦਿੱਤੀ ਗਈ। ਵਰਨਾ ਤੁਸੀਂ ਆਪ ਸਿਆਣੇ ਹੋ, ਤੁਸੀਂ ਮੈਨੂੰ ਦੱਸੋ ਕਿ ਸਮਿਤ ਸਿੰਘ ਜਿਹਨਾਂ ਦਾ ਅਮਰਗੜ੍ਹ ਨਾਲ ਕੋਈ ਲੈਣਾ ਦੇਣਾ ਹੀ ਨਹੀਂ, ਜਿਹੜੇ ਕਦੀ ਅਮਰਗੜ੍ਹ, ਮੇਰਾ ਖਿਆਲ ਸਮਿਤ ਹੋਣੀ ਅਮਰਗੜ੍ਹ ਗਏ ਵੀ ਟਿਕਟ ਮਿਲੀ ਤੋਂ ਬਾਅਦ ਹੀ ਹੋਣੇ ਆ ਪਹਿਲੀ ਵਾਰ। ਪਾਰਟੀ ਨੂੰ ਉੱਥੇ ਇੰਨੇ ਲੰਮੇ ਸਮੇਂ ਤੋਂ ਕੰਮ ਕਰਦੇ ਹੋਰ ਆਗੂ ਨਹੀਂ ਨਜ਼ਰ ਆਏ। ਸਮਿਤ ਸਿੰਘ ਨੂੰ ਉੱਥੇ ਫਿੱਟ ਕੀਤਾ ਗਿਆ ਲਾਈਕ ਅ ਪੈਰਾਸ਼ੂਟ ਕੈਂਡੀਡੇਟ। ਔਰ ਇੱਥੇ ਵੀ ਸੁਨਾਮ ਵੀ ਵੱਡੇ ਧਮਾਨ ਸਾਹਿਬ ਨੂੰ ਟਿਕਟ ਦੇ ਦਿੰਦੇ ਤਾਂ ਸ਼ਾਇਦ ਮੈਂ ਉਸ ਚੀਜ਼ ਨੂੰ ਐਕਸੈਪਟ ਕਰ ਲੈਂਦੀ, ਕਿਉਂਕਿ ਉਹ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਨੇ। ਉਹਨਾਂ ਦਾ ਇੱਕ ਕੱਦ ਹੈ, ਉਹਨਾਂ ਦਾ ਇੱਕ ਫੇਰ ਵੀ ਉਹਨਾਂ ਨੂੰ ਲੋਕੀ ਪਹਿਚਾਨਦੇ ਨੇ। ਪਰ ਉਹਨਾਂ ਦਾ ਗਾਂ ਭਤੀਜਾ ਤੋੜ ਦੇਣਾ ਇੱਥੇ, ਜਿਹਦਾ ਕਿ ਕੋਈ ਲੈਣਾ ਦੇਣਾ ਹੀ ਨਹੀਂ, ਜਿਹਦਾ ਪਾਰਟੀ ਪ੍ਰਤੀ 1% ਕੋਈ ਕੰਮ ਨਹੀਂ, ਜਿਹਨੇ ਪਾਰਟੀ ਦੇ ਕਦੀ ਕਿਸੇ ਅਹੁਦੇ ਤੇ ਰਹਿ ਕੇ ਕੋਈ ਪਾਰਟੀ ਵਾਸਤੇ ਕੰਮ ਨਹੀਂ ਕੀਤਾ। ਸੁਨਾਮ ਲਈ ਤਾਂ ਉਹਨੇ ਕਰਨਾ ਕੀ ਸੀ, ਸੁਨਾਮ ਤਾਂ ਉਹ ਵੀ ਟਿਕਟ ਤੋਂ ਬਾਅਦ ਹੀ ਆਇਆ। ਸੋ ਫਿਰ ਉੱਥੇ ਗੁੱਸਾ ਲੱਗਦਾ ਹੈ ਕਿ ਜਿਹੜੇ ਲੋਕ 20-22 ਸਾਲਾਂ ਤੋਂ ਪਾਰਟੀ ਪਿੱਛੇ ਕੰਮ ਕਰ ਰਹੇ ਨੇ। ਮੇਰੇ ਹਸਬੈਂਡ 22 ਸਾਲ ਤੋਂ 2000 ਤੋਂ ਕਾਂਗਰਸ ਪਾਰਟੀ ਲਈ ਬੱਸਾਂ ਭਰਦੇ ਆ ਰਹੇ ਨੇ ਔਰ ਕਦੀ ਪਾਰਟੀ ਤੋਂ ਕੋਈ ਚੀਜ਼ ਮੰਗੀ ਨਹੀਂ। ਜੋ ਚੀਜ਼ ਲਈ ਹੈ ਆਪਣੇ ਦਮ ਤੇ ਲਈ ਹੈ। ਸਟੇਟ ਪ੍ਰਧਾਨ ਬਣੀ ਸੀ ਤਾਂ ਵੋਟਾਂ ਲੈ ਕੇ ਬਣੀ ਸੀ, ਵਾਈਸ ਪ੍ਰਧਾਨ ਬਣੀ ਸੀ ਯੂਥ ਦੀ ਤਾਂ ਵੋਟਾਂ ਲੈ ਕੇ ਬਣੀ ਸੀ, ਨੈਸ਼ਨਲ ਸੈਕਟਰੀ ਬਣੀ ਹੈ ਤਾਂ ਕੰਮ ਦੇ ਆਧਾਰ ਤੇ ਬਣੀ ਹੈ। ਤੇ ਇਸ ਵਾਰ ਵੀ ਮੈਂ ਮੈਦਾਨ 'ਚ ਕੰਮਾਂ ਦੇ ਆਧਾਰ ਤੇ ਹੀ ਜਾਣਾ ਚਾਹੁੰਦੀ ਸੀ, ਪਰ ਪਾਰਟੀ ਨੇ ਕਿਤੇ ਨਾ ਕਿਸੇ ਉਸ ਗੱਲ ਦਾ ਮੁੱਲ ਨਹੀਂ ਪਾਇਆ। ਕਿਵੇਂ ਦੇਖਦੇ ਹੋ ਤੁਹਾਡੇ ਵੱਲੋਂ ਹਲਕਾ ਸੁਨਾਮ ਦੀ ਗੱਲ ਕਰੀਏ, ਕਿਉਂਕਿ ਤੁਸੀਂ ਕਾਂਗਰਸ ਦੀ ਨੁਮਾਇੰਦਗੀ ਕਰਦੇ ਹੋ, ਕੋਈ ਮੇਜਰ 5 ਕੰਮ ਦੱਸ ਸਕਦੇ ਹੋ ਜਿਹੜੇ ਤੁਹਾਡੇ ਵੱਲੋਂ ਕਰਾਏ ਗਏ ਹੋਣ, ਜਿਸ ਆਧਾਰ ਤੇ ਤੁਸੀਂ ਵੋਟਾਂ ਮੰਗੋ? ਕੰਮ ਤਾਂ ਮੈਂ ਜਿੰਨੇ ਪਿਛਲੇ 5 ਸਾਲਾਂ 'ਚ ਕਰਾਇਆ ਰਿਕਾਰਡ ਤੋੜ ਕੰਮ ਨੇ। ਤੁਸੀਂ ਮੈਨੂੰ ਇੱਕ ਗੱਲ ਦੱਸੋ, ਜੇ ਬੰਦੇ ਨੇ ਕੰਮ ਨਾ ਕਰਵਾਏ ਹੋਣ, ਜੇ ਬੰਦੇ ਦਾ ਕਿਰਦਾਰ ਸਹੀ ਨਾ ਹੋਵੇ, ਜੇ ਬੰਦੇ ਦੇ ਵਿੱਚ ਕੋਈ ਵੀ ਥੋੜੀ ਜਿਹੀ ਵੀ ਬੰਦੇ ਵਿੱਚ ਕਮਜ਼ੋਰੀ ਹੋਵੇ ਤਾਂ ਇੰਨੇ ਹਜ਼ਾਰਾਂ ਦੀ ਗਿਣਤੀ ਵਿੱਚ ਟਿਕਟ ਕੱਟਣ ਤੋਂ ਬਾਅਦ ਲੋਕੀ ਨਹੀਂ ਪਹੁੰਚਦੇ। ਔਰ ਚਲੋ ਲੋਕੀ ਆਮ ਲੋਕ ਤਾਂ ਫਿਰ ਤੁਸੀਂ ਕਹਿੰਦੇ ਹੋ ਕਿ ਵਿਚਾਰੇ ਉਹਨਾਂ ਨੂੰ ਕੋਈ ਗੁੰਮਰਾਹ ਕਰਕੇ ਲੈ ਆਇਆ ਹੋਊਗਾ। ਅਹੁਦੇਦਾਰ ਸਾਹਿਬਾਨ, ਕਾਂਗਰਸ ਪਾਰਟੀ ਦੇ ਸਿਰ ਕੱਢ ਆਗੂ ਜਿਹੜੇ ਕਾਂਗਰਸ ਪਾਰਟੀ ਲਈ ਲੰਮੇ ਸਮੇਂ ਤੋਂ ਕੰਮ ਕਰ ਰਹੇ ਸੀ, ਅੱਜ ਉਹ ਵੀ ਪਾਰਟੀ ਤੋਂ ਮੂੰਹ ਫੇਰ ਕੇ ਮੇਰੇ ਨਾਲ ਖੜੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਇੱਥੇ ਕੰਮ ਜੇ ਕਰਵਾਇਆ ਤੇ ਦਾਮਨ ਤੇ ਹਰਮਨ ਬਾਜਵਾ ਨੇ ਕਰਵਾਇਆ। ਤੁਸੀਂ 5 ਕੰਮਾਂ ਦੀ ਗੱਲ ਕੀਤੀ। ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੂੰਗੀ ਤੁਹਾਡੇ ਵਿਊਅਰਸ ਨੂੰ ਕਿ ਸ਼ਹੀਦ ਊਧਮ ਸਿੰਘ ਜੀ ਦੀ ਜਨਮ ਭੂਮੀ ਹੈ ਔਰ ਅੱਜ ਤੱਕ ਕਿਸੇ ਸਿਆਸੀ ਪਾਰਟੀ ਜਾਂ ਲੀਡਰ ਨੇ ਸ਼ਹੀਦ ਊਧਮ ਸਿੰਘ ਜੀ ਦੇ ਮੈਮੋਰੀਅਲ ਵਾਸਤੇ ਇੱਥੇ ਲੜਾਈ ਨਹੀਂ ਸੀ ਲੜੀ। ਮੈਂ ਲੜਾਈ ਵੀ ਲੜੀ ਔਰ ਮੈਮੋਰੀਅਲ ਬਣਵਾ ਕੇ ਲੋਕਾਂ ਦੇ ਹਵਾਲੇ ਕਰਵਾਇਆ। 40-50 ਸਾਲਾਂ ਬਾਅਦ ਜੋ ਇੱਥੋਂ ਦੇ ਲੋਕਾਂ ਦੀ ਸਭ ਤੋਂ ਵੱਡੀ ਮੰਗ ਸੀ, ਲੌਂਗੋਵਾਲ ਦਾ ਪੁਲ ਅੱਜ ਤਿਆਰ ਹੋਇਆ। ਇੱਕ ਨਹੀਂ 3 ਪੁਲ ਬਣਵਾ ਕੇ ਦਿੱਤੇ। ਉਹ ਪੁਲ ਜਿਹਦੇ ਉੱਪਰੋਂ ਮੁੱਖ ਮੰਤਰੀ ਤੱਕ ਵੀ ਲੰਘਦਾ ਸੀਗਾ ਜਦੋਂ ਸੰਤ ਲੌਂਗੋਵਾਲ
ਅਟਵਾਲ ਜੀ ਦੀ ਬਰਸੀ ਹੈ, ਵੱਡੇ ਸਰਕਾਰੀ ਮੰਤਰੀ ਉੱਪਰੋਂ ਦੀ ਲੰਘਦੇ ਸਨ, ਪਰ ਕਦੀ ਕਿਸੇ ਨੇ ਉਸ ਦੀ ਮੁਰੰਮਤ ਜਾਂ ਨਵਾਂ ਪੁਲ ਬਣਵਾਉਣ ਬਾਰੇ ਨਹੀਂ ਸੀ ਸੋਚਿਆ, ਤੇ ਉੱਥੇ ਦਿਹਾੜੀ ਦੇ 3 ਤੋਂ 4 ਹਾਦਸੇ ਰੋਜ਼ ਹੁੰਦੇ ਸੀ। ਸੋ ਅੱਜ ਉਹ ਪੁਲ ਜੇ ਬਣ ਕੇ ਤਿਆਰ ਹੋਇਆ ਤਾਂ ਉਹ ਦਾਮਨ ਬਾਜਵਾ ਨੇ ਉਸ ਦੀ ਪੈਰਵੀ ਕੀਤੀ ਹੈ। ਸੁਨਾਮ ਦੀ ਦਾਣਾ ਮੰਡੀ ਹਿੰਦੁਸਤਾਨ ਦੀ ਸਭ ਤੋਂ ਵੱਡੀਆਂ ਮੰਡੀਆਂ ਚੋਂ ਇੱਕ ਹੈ। ਉੱਥੇ 6 ਦਿਨ ਪਾਣੀ ਖੜਦਾ ਸੀ ਜਦੋਂ ਮੀਂਹ ਪੈਂਦਾ ਸੀ। ਅੱਜ ਉੱਥੇ 7 ਕਿਲੋਮੀਟਰ ਲੰਬੀ ਪਾਈਪਲਾਈਨ ਤੇ ਕਰੋੜਾਂ ਦੀਆਂ ਮੋਟਰਾਂ ਦਾ ਪ੍ਰੋਜੈਕਟ ਜੇ ਲੱਗਾ ਤੇ ਦਾਮਨ ਬਾਜਵਾ ਤੇ ਉਸ ਦੀ ਸੋਚ ਕਰਕੇ ਬਣਿਆ। ਉੱਥੇ ਸ਼ੈੱਡ ਦੀ ਉਸਾਰੀ ਹੋ ਰਹੀ ਹੈ, ਉਹਦੀ ਪੈਰਵੀ ਮੈਂ ਤੇ ਮੇਰੇ ਪਰਿਵਾਰ ਤੇ ਮੇਰੇ ਸਾਥੀਆਂ ਨੇ ਦਿਨ ਰਾਤ ਬੈਠ ਕੇ ਕੀਤੀ। ਅੱਜ ਸੁਨਾਮ ਵਿੱਚ 160 ਕਰੋੜ ਦੇ ਵਰਥ ਦੀਆਂ ਜੇ ਸੜਕਾਂ ਬਣੀਆਂ, ਔਰ ਇਹੋ ਜਿਹੀਆਂ ਸੜਕਾਂ ਜਿਹੜੀਆਂ ਕਦੀ ਲੋਕਾਂ ਨੇ ਨਾ ਸੋਚੀਆਂ ਸੀ ਨਾ ਵੇਖੀਆਂ ਸੀ, ਅੱਜ ਸਾਰੇ ਸੁਨਾਮ ਨੂੰ ਸੋਹਣੀਆਂ ਸੜਕਾਂ ਦੇ ਜਾਲ ਨਾਲ ਜੇ ਜੋੜਿਆ ਗਿਆ ਤਾਂ ਉਹ ਵੀ ਦਾਮਨ ਬਾਜਵਾ ਦੀ ਕੀਤੀ ਪੈਰਵੀ ਕਰਕੇ ਹੀ ਜੋੜਿਆ ਗਿਆ। ਕਈ ਸਾਥੀ ਕਹਿ ਦਿੰਦੇ ਆ ਕਿ ਉਹ ਤਾਂ ਕੇਂਦਰ ਬਣਾਤਾ ਜਾਂ ਫਲਾਨਾ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦੀ ਆ ਕਿ ਜੇ ਕੇਂਦਰ ਬਣਾਉਂਦਾ ਹੈ ਤਾਂ ਫਿਰ ਦਿੜਵੇ ਨਿਗਾਹ ਮਾਰ ਲਓ, ਮਾਨਸੇ ਮਾਰ ਲਓ। ਕੇਂਦਰ ਨੂੰ ਤਾਂ ਸੁਨਾਮ ਨਾਲ ਕੋਈ ਖਾਸ ਪਿਆਰ ਨਹੀਂ। ਜੇ ਸੁਨਾਮ ਦੀਆਂ ਸੜਕਾਂ ਬਣੀਆਂ, ਪੈਰਵੀ ਕਰਨੀ ਪੈਂਦੀ ਹੈ। 6-6 10-10 8 ਘੰਟੇ ਭੁੱਖੇ ਤੇ ਆਏ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ, ਅਪਾਇੰਟਮੈਂਟਾਂ ਲੈ ਲੈ ਕੇ ਲੋਕਾਂ ਦੇ ਅੱਗੇ ਹੱਥ ਜੋੜਨੇ ਪੈਂਦੇ, ਫਿਰ ਇਹ ਪੈਸੇ ਮਨਜ਼ੂਰ ਹੁੰਦੇ ਹਲਕੇ ਵਾਸਤੇ। ਜਿਵੇਂ ਤੁਸੀਂ ਕਹਿ ਰਹੇ ਹੋ ਕਿ ਹੁਣ ਤੁਸੀਂ ਫੈਸਲਾ ਕਰ ਲਿਆ ਕਿ ਆਜ਼ਾਦ ਚੋਣ ਲੜਨ ਜਾ ਰਹੇ ਹੋ ਅੱਜ? ਮੈਂ ਬਿਲਕੁਲ ਇਹ ਫੈਸਲਾ ਪਹਿਲੇ ਦਿਨੋਂ ਹੀ ਲਿਆ ਸੀ ਕਿ ਮੈਂ ਚੋਣ ਲੜੂੰਗੀ ਹੀ ਲੜੂੰਗੀ, ਔਰ ਹੁਣ ਮੈਂ ਆਜ਼ਾਦ ਆਪਣੇ ਕਾਗਜ਼ ਭਰੇ ਹੈ, ਔਰ ਮੈਂ ਆਪਣੇ ਕੰਮਾਂ ਦੇ ਆਧਾਰ ਤੇ ਮੈਂ ਕਿਸੇ ਦੇ ਖਿਲਾਫ ਨਹੀਂ, ਕਿਸੇ ਪਾਰਟੀ ਦੇ ਖਿਲਾਫ ਨਹੀਂ ਤਾਂ ਮੈਂ ਤਾਂ ਆਜ਼ਾਦ ਕੈਂਡੀਡੇਟ ਹਾਂ। ਮੈਂ ਤਾਂ ਹਰ ਬਾਰੇ ਹੀ ਕੁਛ ਨਾ ਕੁਛ ਬੋਲ ਸਕਦੀ ਹਾਂ, ਪਰ ਨੋ, ਮੈਂ ਸਿਰਫ ਆਪਣੇ ਕੰਮਾਂ ਦੇ ਆਧਾਰ ਤੇ ਲੋਕਾਂ ਦੀ ਕਚਹਿਰੀ 'ਚ ਜਾਊਂਗੀ। ਜੇ ਦਾਮਨ ਬਾਜਵਾ ਨੇ ਕਿਸੇ ਦਾ ਵੀ ਇੰਨਾ ਕੁ ਵੀ ਸੂਈ ਜਿੰਨਾ ਕੰਮ ਵੀ ਕੀਤਾ ਤਾਂ ਮੈਂ ਉਸ ਤੋਂ ਵੋਟ ਮੰਗੂੰਗੀ। ਜੇ ਲੋਕਾਂ ਨੂੰ ਲੱਗਦਾ ਹੈ ਕਿ ਦਾਮਨ ਬਾਜਵਾ ਨੇ ਨਹੀਂ ਕੀਤਾ, ਜਾਂ ਦਾਮਨ ਬਾਜਵਾ ਝੂਠ ਬੋਲ ਰਹੀ ਹੈ, ਜਾਂ ਦਾਮਨ ਬਾਜਵਾ ਸਾਡੇ ਵਿੱਚ ਨਹੀਂ ਖੜੀ, ਤਾਂ ਬੇਸ਼ੱਕ ਮੈਨੂੰ ਵੋਟ ਨਾ ਪਾਓ। ਬਾਜਵਾ ਜੀ, ਜਿਵੇਂ ਕਿ ਜੇਕਰ ਤੁਸੀਂ ਪਾਰਟੀ ਨਾਲ ਐਸੋਸੀਏਟਿਡ ਹੁੰਦੇ ਹੋ, ਸਾਰੇ ਜਾਣਦੇ ਆ ਜ਼ਮੀਨ ਦੇ ਉੱਤੇ ਕੈਡਰ ਹੁੰਦਾ ਹੈ ਆਪਣਾ। ਲੱਗਦਾ ਕਿ ਬਤੌਰ ਆਜ਼ਾਦ ਉਮੀਦਵਾਰ ਜਿਹੜੇ ਕਾਂਗਰਸ ਦਾ ਕੈਡਰ ਤੁਹਾਡੇ ਨਾਲ ਜੁੜਿਆ ਸੀ, ਹੁਣ ਬਤੌਰ ਆਜ਼ਾਦ ਉਮੀਦਵਾਰ ਵੀ ਤੁਹਾਡਾ ਸਾਥ ਦੇਗਾ? ਵੀਰ ਜੀ, ਜਿਹੜਾ ਕੈਡਰ ਹੁੰਦਾ ਨਾ ਉਹ ਵੀ ਲੀਡਰ ਹੀ ਮਗਰ ਲਾਉਂਦੇ ਆ। ਕੋਈ ਪਾਰਟੀ ਦੇ ਨਾਂ ਨੂੰ ਕੋਈ ਸਿੱਧਾ ਨਹੀਂ ਜੁੜਦਾ, ਲੋਕੀ ਬੰਦਾ ਵੇਖਦੇ ਆ। ਹਰ ਪਾਰਟੀ ਨਾਲ ਜਿਹੜੇ ਬੰਦੇ ਜੁੜੇ ਹੁੰਦੇ ਉਹ ਕਿਸੇ ਨਾ ਕਿਸੇ ਦੇ ਰਾਹੀਂ ਜੁੜੇ ਹੁੰਦੇ ਆ। ਤੇ ਅੱਜ ਕਾਂਗਰਸ ਪਾਰਟੀ ਦਾ ਸਾਰਾ ਕਾਡਰ, ਅੱਜ ਤਈਆਂ ਚੋਂ 19 MC ਕਾਂਗਰਸ ਦੇ ਜਿੱਤੇ ਸੀ ਸੁਨਾਮ 'ਚ। ਪਹਿਲੀ ਵਾਰ ਇਤਿਹਾਸ 'ਚ ਐਡਾ ਵੱਡਾ ਜਿੱਤ ਦਾ ਮਾਰਕ ਸੁਨਾਮ ਨੇ ਮਿਊਨਿਸਪਲ ਇਲੈਕਸ਼ਨ 'ਚ। ਤੇ ਅੱਜ 19 ਦੇ 19 MC ਇੱਕ ਨੂੰ ਛੱਡ ਕੇ ਸਾਰੇ ਮੇਰੇ ਘਰੇ ਬੈਠੇ ਨੇ। ਇੱਕ ਬੰਦੇ ਨੇ ਜ਼ਰੂਰ ਮੇਰਾ ਸਾਥ ਦੇਣ ਨਾ ਦੇਣ ਦਾ, ਬਟ ਉਸ ਤੋਂ ਇਲਾਵਾ ਇੱਕ ਬੰਦਾ ਨਹੀਂ ਹਿੱਲਿਆ। ਟਿਕਟ ਮਿਲੀ ਜਾਂ ਨਾ ਮਿਲੀ, ਮੇਰੇ ਨਾਲ ਖੜੇ ਨੇ। ਕੈਡਰ ਇਹੀ ਹੈ, ਨਹੀਂ ਵੋਟਾਂ ਪਾਉਣੀਆਂ ਵਾਰਡਾਂ ਚੋਂ ਆਪਣਿਆਂ ਚੋਂ। ਮਤਲਬ ਕਹਿ ਸਕਦੇ ਹਾਂ ਕਿ ਕਾਂਗਰਸ ਦਾ ਜਿੰਨਾ ਕੇਡਰ ਸੀਗਾ ਤੁਹਾਡੇ ਨਾਲ ਜੁੜਿਆ ਸੀ, ਤਾਂ ਕਾਂਗਰਸ ਨੂੰ ਇਹਦੀ ਢਾਹ ਲੱਗੇਗੀ ਤੁਹਾਨੂੰ ਟਿਕਟ ਨਾ ਦੇ। ਬਿਲਕੁਲ ਜੀ, ਕਾਂਗਰਸ ਨੇ ਤਾਂ ਆਪਣੇ ਆਪ ਨੂੰ ਆਪ ਹੀ ਢਾਲ ਵਾਲੀ। ਜਦੋਂ ਕਾਂਗਰਸ ਪਾਰਟੀ ਨੇ ਪਲੋਸ ਕੇ ਸੀਟ ਆਮ ਆਦਮੀ ਪਾਰਟੀ ਦੀ ਝੋਲੀ 'ਚ ਪਾਉਣ ਦਾ ਫੈਸਲਾ ਕਰ ਲਿਆ, ਜਦੋਂ ਤੁਸੀਂ ਇੱਕ ਨਵਾਂ ਵਿਅਕਤੀ ਚੋਣ ਮੈਦਾਨ 'ਚ ਉਤਾਰੋਗੇ 10 ਤੋਂ 15 ਦਿਨ ਪਹਿਲਾਂ, ਤਾਂ ਫਿਰ ਢਾਹ ਤਾਂ ਲੱਗਣੀ ਹੈ। ਤੇ ਉਸ ਤੋਂ ਇਲਾਵਾ ਜਿਹੜਾ ਬੰਦੇ ਨੂੰ ਤੁਸੀਂ ਨਕਾਰਿਆ ਹੈ, ਸਾਰੀ ਕਾਂਗਰਸ ਜਦੋਂ ਉਹਦੇ ਪਿੱਛੇ ਇਕਜੁੱਟ ਹੋਈ ਖੜੀ ਹੈ, ਤਾਂ ਫਿਰ ਤਾਂ ਨੁਕਸਾਨ ਪਾਰਟੀ ਦਾ ਹੀ ਹੋਊਗਾ। ਤੇ ਜੇਕਰ ਗੱਲ ਕਰੀਏ ਹੁਣ, ਤੁਸੀਂ ਰੋਡ ਮੈਪ ਕੀ ਅਗਲਾ ਕਿਸ ਆਧਾਰ ਤੇ ਵੋਟਾਂ ਪਾਣ ਲੋਕ? ਵੀਰ ਜੀ, ਮੈਂ ਦੇਖੋ, ਮੈਂ ਇਸ ਚੀਜ਼ ਦੀ ਸਟੌਂਚ ਬਿਲੀਵਰ ਹਾਂ ਕਿ ਕੋਈ ਵਿਅਕਤੀ ਇੰਨੇ ਜੋਗਾ ਨਹੀਂ ਜਿਹੜਾ ਆਪਣਾ ਮਤਲਬ ਜਿਹੜਾ ਵੀ ਵਿਅਕਤੀ ਜੋਗਾ ਜਾਂ ਨਹੀਂ ਜੋਗਾ ਨਹੀਂ, ਜਿਹੜਾ ਵੀ ਵਿਅਕਤੀ ਚੋਣ ਮੈਦਾਨ 'ਚ ਉਤਰਦਾ ਉਸਨੂੰ ਆਪਣੇ ਕੰਮ ਲੈ ਕੇ ਜਾਣੇ ਚਾਹੀਦੇ। ਅਸੀਂ ਕੀ ਕਰਾਂਗੇ, ਕੀ ਹੈ, ਕੀ ਅੱਗੇ ਹੋਊਗਾ, ਉਹ ਸਭ ਜਦ ਤੱਕ ਨਹੀਂ ਹੁੰਦਾ ਉਹ ਲੋਲੀਪੌਪਸ ਨੇ। ਜੋ ਹੋ ਗਿਆ ਉਸ ਦੇ ਆਧਾਰ ਤੇ ਚੋਣ ਮੈਦਾਨ 'ਚ ਜਾਓ। 5 ਸਾਲ ਸਾਰਿਆਂ ਨੂੰ ਇੱਕ ਬਰਾਬਰ ਮਿਲੇ ਨੇ, ਔਰ ਦਾਮਨ ਬਾਜਵਾ ਨੇ ਉਹ ਕੰਮ ਕਰਵਾਏ ਨੇ ਜਿਹਦੇ ਵਿੱਚ ਬਿਨਾਂ ਹਾਰਨ ਦੇ ਬਾਵਜੂਦ ਕਰਵਾਏ ਹੈ, ਔਰ ਜਿਨ੍ਹਾਂ 'ਚ ਕਈ ਕੰਮਾਂ 'ਚ ਸਰਕਾਰ ਦੀ ਲੋੜ ਪੈਂਦੀ ਹੈ, ਕਈ ਕੰਮਾਂ 'ਚ ਬਿਨਾਂ ਸਰਕਾਰ ਤੋਂ ਵੀ ਦਾਮਨ ਬਾਜਵਾ ਜੇ ਕਰੋਨਾ 'ਚ ਘਰ ਘਰ ਪਹੁੰਚੀ, ਕਰੋਨਾ 'ਚ ਲੋਕਾਂ ਦੀ ਮਦਦ ਕੀਤੀ, ਉਹ 'ਚ ਮੈਨੂੰ ਸਰਕਾਰ ਦੀ ਕੋਈ ਮਦਦ ਨਹੀਂ ਸੀ। ਜੇ ਦਾਮਨ ਬਾਜਵਾ ਨੇ 40-40 ਸਾਲ ਪੁਰਾਣੇ ਕੂੜੇ ਦੇ ਡੰਪ ਸ਼ਹਿਰ ਤੋਂ ਚੁਕਾਇਆ ਤਾਂ ਸਰਕਾਰ ਦਾ ਉਹਦੇ 'ਚ 1 ਰੁਪਈਆ ਨਹੀਂ ਵਰਤਿਆ। ਅੱਜ ਚੀਮੇ ਵਰਗੇ ਸ਼ਹਿਰ 'ਚ ਜੇ ਟੋਬੇ ਖਾਲੀ ਹੋਏ ਹੈ ਔਰ ਉਹ ਪਾਣੀ ਖੇਤਾਂ ਨੂੰ ਜਾਣ ਲੱਗ ਗਿਆ, ਤਾਂ ਉਹ ਉੱਥੋਂ ਦੇ ਸਾਥੀਆਂ ਦੇ ਸਹਿਯੋਗ ਨਾਲ ਅਸੀਂ ਰਲ ਕੇ ਉਹ ਕੰਮ ਕਰਵਾਏ। ਉਹ ਸਰਕਾਰ ਦਾ ਇੱਕ ਨਵਾਂ ਪੈਸਾ ਨਹੀਂ ਵਰਤਿਆ। ਇਹ ਇੱਕ ਲੀਡਰ ਦੀ ਪਹਿਚਾਨ ਹੁੰਦੀ ਹੈ। ਅਸੀਂ ਇਕੱਲੇ ਪੋਲੀਟੀਸ਼ੀਅਨਸ ਨਹੀਂ, ਅਸੀਂ ਲੀਡਰ ਆ। ਤੇ ਅੱਜ ਮੇਰਾ ਅਗਲਾ ਰੋਡ ਮੈਪ ਸਿਰਫ ਇੰਨਾ ਹੈ ਕਿ ਮੈਂ ਵੋਟ ਮੰਗਣੀ ਆਪਣੇ ਕੰਮਾਂ ਦੇ ਆਧਾਰ ਤੇ। ਅੱਗੇ ਕੀ ਹੋਣਾ ਨਹੀਂ ਹੋਣਾ ਉਹ ਪਰਮਾਤਮਾ ਤੈਅ ਕਰੂ।
ਪਰ ਇੱਕ ਚੀਜ਼ ਡਿਸਾਈਡਡ ਹੈ ਕਿ ਦਾਮਨ ਬਾਜਵਾ ਆਪਣੇ ਹੱਕ ਲਈ ਔਰ ਆਪਣੇ ਵਰਗਿਆਂ ਦੇ ਹੱਕ ਲਈ ਹਮੇਸ਼ਾ ਆਵਾਜ਼ ਉਠਾਉਂਦੀ ਰਹੇਗੀ ਔਰ ਪਰਿਵਾਰਵਾਦ ਦੇ ਖਿਲਾਫ ਮੇਰੀ ਪਹਿਲੇ ਦਿਨੋਂ ਲੜਾਈ ਰਹੀ ਹੈ। NSUI ਦੀ ਪ੍ਰਧਾਨ ਬਣ ਕੇ ਵੀ ਮੈਂ ਇਸ ਦੇ ਖਿਲਾਫ ਲੜਾਈ ਲੜੀ, ਯੂਥ ਦੇ ਵਿੱਚ ਵੀ ਰਹਿ ਕੇ, ਔਰ ਹੁਣ ਜਦੋਂ ਮੈਂ ਆਪ ਖੁਦ ਇਸ ਦਾ ਸ਼ਿਕਾਰ ਹੋਈ ਹਾਂ ਤਾਂ ਹੁਣ ਤਾਂ ਮੈਂ ਹੋਰ ਤਾਕਤ ਨਾਲ ਇਸ ਦੀ ਲੜਾਈ ਲੜੂੰਗੀ। ਇਹ ਸਿਆਸਤ ਜਿਹੜੀ ਹੈ ਸਾਰਿਆਂ ਵਾਸਤੇ ਇੱਕ ਬਰਾਬਰ ਹੈ। ਹਰੇਕ ਨੂੰ ਹੱਕ ਹੈ ਕਿ ਜੇ ਉਸਨੇ ਕੰਮ ਕੀਤੇ ਹੈ, ਮਿਹਨਤ ਕੀਤੀ ਹੈ, ਤਾਂ ਉਹ ਅੱਗੇ ਆ ਕੇ ਲੋਕਾਂ ਦੀ ਕਚਹਿਰੀ ਵਿੱਚ ਵੋਟ ਮੰਗ ਸਕਦਾ ਹੈ। ਬਾਜਵਾ ਜੀ ਮੁੜ ਕਾਂਗਰਸ ਦੇ ਵਿੱਚ ਐਂਟਰੀ ਹੋ ਸਕਦੀ ਹੈ ਤੁਹਾਡੀ? ਮੈਂ ਤੁਹਾਨੂੰ ਦੱਸਿਆ ਇਹ ਤਾਂ ਸਮਾਂ ਡਿਸਾਈਡ ਕਰੂਗਾ। ਮੈਂ ਕਾਂਗਰਸ ਤੋਂ ਅੱਡ ਨਹੀਂ ਹੋਈ, ਮੈਂ ਸਿਰਫ ਸੁਨਾਮ ਵਿੱਚ ਆਪਣੇ ਕੰਮਾਂ ਨੂੰ ਲੈ ਕੇ ਲੋਕਾਂ ਦੇ ਮੈਦਾਨ 'ਚ ਜਾਣਾ ਚਾਹੁੰਦੀ। ਆਜ਼ਾਦ ਚੋਣ ਲੜ ਰਹੇ ਹੋ, ਕਾਂਗਰਸ ਦੇ ਉਮੀਦਵਾਰ ਦੇ ਖਿਲਾਫ ਚੋਣ ਲੜ ਰਹੇ ਹੋ, ਇਹ ਅੱਡ ਹੋਣਾ ਹੀ ਹੁੰਦਾ, ਇਹ ਅੱਡ ਹੋਣਾ ਨਹੀਂ। ਕਾਂਗਰਸ ਦਾ ਉਮੀਦਵਾਰ ਕੌਣ? ਜਿਹੜੇ ਬੰਦੇ ਮਾਨ ਜੀ ਨਾਲ ਹਾਈ ਕਮਾਨ ਨੇ ਜਿੰਨ ਮੇਰਾ ਫਰਜ਼, ਜਦੋਂ ਮੈਂ ਸਨਾਮ ਦੀ ਧੀ ਹਾਂ ਤਾਂ ਮੇਰਾ ਪਹਿਲਾ ਫਰਜ਼ ਸਨਾਮ ਦੇ ਪ੍ਰਤੀ ਹੈ, ਸਨਾਮ ਦੇ ਲੋਕਾਂ ਦੇ ਪ੍ਰਤੀ ਹੈ। ਅੱਜ ਇੱਕ ਪ੍ਰਤੀ ਕੋਈ ਫਰਜ਼ ਨਹੀਂ। ਨਹੀਂ, ਪਾਰਟੀ ਪ੍ਰਤੀ ਫਰਜ਼ ਹੈ। ਪਾਰਟੀ ਨੂੰ ਮੈਂ ਤਾਂ ਨਹੀਂ ਛੱਡਿਆ, ਪਾਰਟੀ ਨੇ ਮੈਨੂੰ ਟਿਕਟ ਨਾ ਦੇ ਕੇ ਮੈਨੂੰ ਜ਼ਰੂਰ ਧੋਖਾ ਦਿੱਤਾ ਹੈ, ਪਰ ਮੈਂ ਤਾਂ ਪਾਰਟੀ ਨੂੰ ਕੋਈ ਧੋਖਾ ਨਹੀਂ ਦਿੱਤਾ। ਜੇ ਪਾਰਟੀ ਨੇ ਕਿਸੇ ਨੂੰ ਭੇਜਣਾ ਸੀ, ਪਾਰਟੀ ਉਸ ਨੂੰ ਸਾਲ 6 ਮਹੀਨੇ ਪਹਿਲਾਂ ਭੇਜਦੀ। ਪਾਰਟੀ ਉਹਨਾਂ ਨੂੰ ਕਹਿੰਦੀ ਕਿ ਬੇਟਾ ਕੰਮ ਕਰੋ, ਉੱਥੇ ਜਾ ਕੇ ਵਿਚਰੋ, ਲੋਕਾਂ 'ਚ ਆਪਣਾ ਆਧਾਰ ਬਣਾਓ। ਫਿਰ ਦਾਮਨ ਵੀ ਕਹਿੰਦੀ ਕਿ ਹਾਂ ਠੀਕ ਹੈ ਮੈਂ ਇਸ ਦਾ ਸਾਥ ਦਿੰਦੀ ਹਾਂ। ਪਰ ਤੁਸੀਂ ਦਾਮਨ ਨੂੰ 5 ਸਾਲ ਦਾਮਨ ਤੋਂ ਕੰਮ ਕਰਵਾਏ, ਧਰਨੇ ਲਵਾਏ, ਬੱਸਾਂ ਭਰਵਾਈਆਂ, ਹਲਕੇ 'ਚ ਦਾਮਨ ਦਿਨ ਰਾਤ ਮਿੱਟੀ ਨਾ ਮਿੱਟੀ ਹੋਈ, ਤੇ ਫਿਰ ਤੁਸੀਂ ਟਿਕਟ ਕਿਸੇ ਨਵੇਂ ਬੰਦੇ ਨੂੰ ਦੇ ਦਿਓ 10 ਦਿਨ ਪਹਿਲਾਂ, ਤਾਂ ਫਿਰ ਇਹਦੇ ਵਿੱਚ ਤਾਂ ਪਾਰਟੀ ਦਾ ਆਪਣਾ ਸਗੋਂ ਮੈਂ ਤਾਂ ਚਾਹੁੰਦੀ ਆ ਕਿ ਕਾਡਰ ਜੇ ਮੇਰੇ ਨਾਲ ਜੁੜਿਆ ਮੈਂ ਉਹਨੂੰ ਇਕਜੁੱਟ ਰੱਖ ਕੇ ਤੇ ਵਧੀਆ ਚੋਣ ਲੜਾ ਤੇ ਪਰਮਾਤਮਾ ਸੁੱਖ ਰੱਖੇ ਅਸੀਂ ਇਲੈਕਸ਼ਨ ਜਿੱਤਾਂਗੇ। ਬਾਜਵਾ ਜੀ ਜਦੋਂ ਟਿਕਟ ਤੁਹਾਡੀ ਅਨਾਉਂਸ ਹੋਈ, ਨਾਮ ਤੁਹਾਡਾ ਨਹੀਂ ਸੀਗਾ, ਤਾਂ ਕਿਸੇ ਹੋਰ ਪਾਰਟੀ ਵੱਲੋਂ ਤੁਹਾਨੂੰ ਆਫਰ ਆਈ ਵੀ ਤੁਸੀਂ ਸਾਡੀ ਪਾਰਟੀ ਨੂੰ ਜੁਆਇਨ ਕਰ ਲਓ, ਵੀ ਤੁਹਾਡਾ ਕੱਦ ਇੰਨਾ ਹੈ? ਮੈਨੂੰ ਦੀ ਨਾਟ ਜਸਟ ਟਿਕਟ ਤੋਂ ਬਾਅਦ, ਮੈਨੂੰ ਟਿਕਟ ਤੋਂ ਪਹਿਲਾਂ 6 ਮਹੀਨੇ ਤੋਂ ਪਹਿਲਾਂ ਅੱਜ ਬਹੁਤ ਸਾਰੀਆਂ ਪਾਰਟੀਆਂ ਐਸੀਆਂ ਜਿਹੜੀਆਂ ਮੈਨੂੰ ਕਾਲਸ ਵੀ ਕਰ ਰਹੀਆਂ ਸੀ, ਅਪਰੋਚ ਵੀ ਕਰ ਰਹੇ ਸੀ, ਪਰ ਮੈਂ ਕਦੀ ਉਸ ਲਾਈਨਸ ਤੇ ਸੋਚਿਆ ਹੀ ਨਹੀਂ ਸੀ, ਕਿਉਂਕਿ ਮੈਂ ਤਾਂ ਹਮੇਸ਼ਾ ਕਾਂਗਰਸ ਨਾਲ ਸੱਚੇ ਮਨੋਂ ਜੁੜੀ ਹੋਈ ਸੀ, ਕਾਂਗਰਸ ਲਈ ਕੰਮ ਕਰ ਰਹੀ ਸੀ। ਪਾਰਟੀ ਵੱਲੋਂ ਤੁਹਾਨੂੰ ਆਫਰ ਕੀਤਾ ਗਿਆ? ਨਹੀਂ, ਉਹ ਮੈਂ ਕਾਹਦੇ ਲਈ ਆਪਾਂ ਮੀਡੀਆ 'ਚ ਕਿਸੇ ਦਾ ਵੀ ਨਾਮ ਲੈਣਾ, ਬਟ ਤੁਸੀਂ ਜਾਣਦੇ ਹੋ ਕਾਂਗਰਸ ਤੋਂ ਇਲਾਵਾ ਜਿਹੜੀਆਂ ਵੀ ਪਾਰਟੀਆਂ ਨੇ ਸਾਰੇ ਟਾਈਮ ਟੂ ਟਾਈਮ ਕਾਲ ਕਰਦੇ ਸੀਗੇ। ਹਰ ਕੋਈ ਦੇਖੋ ਮਿਹਨਤੀ ਬੰਦੇ ਦਾ ਹਰ ਥਾਂ ਮੁੱਲ ਪੈਂਦਾ ਹੈ, ਔਰ ਆਦਮੀ ਨੂੰ ਪਾਰਟੀ ਨਹੀਂ ਬਣਾਉਂਦੀ, ਨਾ ਟਿਕਟਾਂ ਬਣਾਉਣੀਆਂ, ਨਾ ਕੋਈ ਹੋਰ ਬੰਦਾ ਬਣਾਉਂਦਾ, ਆਦਮੀ ਨੂੰ ਉਹਦੇ ਕੰਮ ਬਣਾਉਂਦੇ ਆ। ਮੇਰਾ ਨਾਰਾ ਵੀ ਤੁਸੀਂ ਪੜਿਆ ਮੇਰੇ ਬੋਰਡਾਂ ਤੇ, ਮੇਰੀ ਕੰਮ ਹੀ ਮੇਰੀ ਪਹਿਚਾਨ ਹੈ। ਕੰਮ ਕਰਾਂਗੀ ਤਾਂ ਅੱਗੇ ਵਧਾਂਗੀ, ਕੰਮ ਨਹੀਂ ਕਰਾਂਗੀ ਫਿਰ ਭਾਵੇਂ ਕਿਸੇ ਮਰਜ਼ੀ ਪਾਰਟੀ 'ਚ ਹੋਵਾਂ ਅੱਗੇ ਨਹੀਂ ਵੱਧ ਸਕਦੀ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਤਾਂ ਤੁਸੀਂ ਸੁਣਿਆ ਸਨ ਸਾਡੇ ਨਾਲ ਸੁਨਾਮ ਤੋਂ ਮਿਹਨਤ ਕਰਦੇ ਆ ਰਹੇ ਨੇ, ਲਗਾਤਾਰ ਕਾਂਗਰਸ ਦੀ ਨੁਮਾਇੰਦਗੀ ਕਰਦੇ ਆ ਰਹੇ ਨੇ ਸੁਨਾਮ ਤੋਂ ਦਾਮਨ ਥਿੰਦ ਬਾਜਵਾ, ਜਿਨ੍ਹਾਂ ਦੇ ਹੌਸਲੇ ਬੁਲੰਦ ਨੇ। ਭਾਵੇਂ ਕਾਂਗਰਸ ਵੱਲੋਂ ਉਹਨਾਂ ਨੂੰ ਟਿਕਟ ਨਹੀਂ ਮਿਲੀ, ਪਰ ਫਿਰ ਵੀ ਬਤੌਰ ਆਜ਼ਾਦ ਉਮੀਦਵਾਰ ਇਹ ਚੋਣ ਲੜਨ ਜਾ ਰਹੇ ਨੇ। ਇਸ ਆਧਾਰ ਤੇ ਲੜ ਰਹੇ ਨੇ ਕਿ ਸੁਨਾਮ ਹਲਕੇ ਲਈ ਇਹਨਾਂ ਵੱਲੋਂ ਜਿਹੜੇ ਕੰਮ ਕੀਤੇ ਗਏ ਨੇ ਉਹਨਾਂ ਤੇ ਇਹਨਾਂ ਨੂੰ ਪੂਰਾ ਵਿਸ਼ਵਾਸ ਹੈ। ਕੈਮਰਾ ਪਰਸਨ ਪਿਊਸ਼ ਦੇ ਨਾਲ ਕੋਮਲ ਸਿੰਗਲਾ, ਸਕਾਈ ਨਿਊਜ਼, ਸੁਨਾਮ।